ਚਾਈਨਾ ਦੇ ਵਿੱਚ ਇਸ ਟਾਈਮ ਕਹਿੰਦੇ ਪਾਵਰ ਕ੍ਰਾਈਸਿਸ ਚੱਲ ਰਿਹਾ। ਬਹੁਤ ਸਾਰੀ ਇੰਡਸਟਰੀ ਹਫਤੇ 'ਚ ਸਿਰਫ ਇੱਕ ਜਾਂ 2 ਦਿਨ ਹੀ ਚੱਲ ਪਾਉਂਦੀ ਹੈ। ਇਹ ਸਾਰਿਆਂ ਦੇ ਵਿੱਚ ਅਸੀਂ ਇਹਨੂੰ ਇੰਡੀਆ ਦੇ ਵਿੱਚ ਜਾਂ ਪੂਰਾ ਵਰਲਡ ਇਹਨੂੰ ਐਜ਼ ਅ ਓਪਰਚੁਨਿਟੀ ਦੇਖ ਰਿਹਾ ਹੈ ਜਾਂ ਇਹਦਾ ਕੀ ਇੰਪੈਕਟ ਆਏਗਾ? ਸੰਦੀਪ ਜੀ, ਜਿਹੜੀ ਪਾਵਰ ਕ੍ਰਾਈਸਿਸ ਹੈਗਾ ਇਹ ਜਸਟ ਮੇਰੇ ਖਿਆਲ ਇੱਕ ਹਫ਼ਤਾ ਪਹਿਲਾਂ ਹੀ ਇਸ ਚੀਜ਼ ਦੀ ਨਿਊਜ਼ ਆਈ ਸੀਗੀ ਔਰ ਉੱਥੇ ਉਹਨਾਂ ਨੇ ਗਵਰਨਮੈਂਟ ਨੇ ਇੰਪਲੀਮੈਂਟ ਕੀਤਾ ਕਿਉਂਕਿ ਉਹਨਾਂ ਨੇ ਜਿੰਨੇ ਉਹਨਾਂ ਦੇ ਕੋਲ ਦੇ ਨਾਲ ਰਨ ਹੁੰਦੇ ਸੀਗੇ ਥਰਮਲ ਪਾਵਰ ਪਲਾਂਟਸ ਉਹ ਸਾਰੇ ਓਵਰਨਾਈਟ ਸ਼ਟਡਾਊਨ ਕਰਤੇ ਹੈ। ਉਹਨਾਂ ਦੇ ਪ੍ਰੈਜ਼ੀਡੈਂਟ ਦਾ ਇਹ ਕਹਿਣਾ ਕਿ ਨੈਕਸਟ ਈਅਰ ਓਲੰਪਿਕਸ ਦੇ ਵਿੱਚ ਉਹ ਸਕਾਈ ਜਿਹੜਾ ਹੈਗਾ ਪੂਰਾ ਮੌਸਮ ਕਲੀਅਰ ਦੇਖਣਾ ਚਾਹੁੰਦੇ ਨੇ ਤਾਂ ਕਿ ਜਿਹੜੇ ਬਾਹਰੋਂ ਮਹਿਮਾਨ ਆਉਣ ਉਹਨਾਂ ਨੂੰ ਕੋਈ ਪੋਲਿਊਸ਼ਨ ਨਜ਼ਰ ਨਾ ਆਵੇ। ਇੰਡਸਟਰੀ ਵਾਸਤੇ ਇਹ ਬਹੁਤ ਵੱਡਾ ਸੈਟਬੈਕ ਹੈ ਜੀ ਉੱਥੇ ਦੀ ਇੰਡਸਟਰੀ ਲਈ, ਔਰ ਖਾਲੀ ਉੱਥੇ ਦੀ ਇੰਡਸਟਰੀ ਲਈ ਨਹੀਂ ਹੈ, ਇਹ ਪੂਰੇ ਵਰਲਡ ਦੀ ਇੰਡਸਟਰੀ ਵਾਸਤੇ ਕਿਉਂਕਿ ਬਹੁਤ ਸਾਰਾ ਰॉ ਮਟੀਰੀਅਲ ਬਹੁਤ ਸਾਰਾ ਸਮਾਨ ਜਿਹੜਾ ਹੈਗਾ ਉਹ ਇੱਥੇ ਦੀ ਇੰਡਸਟਰੀ ਵੀ ਜਿਹੜੀ ਉਹ ਚਾਈਨਾ ਤੋਂ ਇੰਪੋਰਟ ਕਰਕੇ ਯੂਜ਼ ਕਰਦੀ ਹੈ। ਇਹ ਆਪਣਾ ਨਾ ਨਜ਼ਰੀਆ ਹੈ ਹਰ ਬੰਦੇ ਦੇ ਸੋਚਣ ਦਾ। ਅਸੀਂ ਕਹਿੰਦੇ ਕਿ ਸਾਡੀ 130 ਕਰੋੜ ਜਨਤਾ ਹੈਗੀ, 130 ਕਰੋੜ ਮੂੰਹ ਹੈਗੇ ਖਾਣ ਵਾਲੇ, ਬਟ ਅਗਰ ਤੁਸੀਂ ਇਹਨੂੰ ਪੋਜ਼ਿਟਿਵ ਵੇ 'ਚ ਦੇਖਣਾ ਤਾਂ ਸਾਡੇ ਕੋਲ 260 ਕਰੋੜ ਹੱਥ ਹੈਗੇ ਕੰਮ ਕਰਨ ਵਾਲੇ। ਸੋ ਵੀ ਸ਼ੁੱਡ ਬੀ ਮੋਰ ਆਫ ਆਪਟਿਮਿਸਟਿਕ, ਪੋਜ਼ਿਟਿਵ ਸੋਚ ਲੈ ਕੇ ਚੱਲਣੀ ਚਾਹੀਦੀ ਹੈ। ਜਿਹੜੀ ਵਿਪਤਾ ਆਈ ਹੈ ਉਹਦੇ ਵਿੱਚ ਵੀ ਓਪਰਚੁਨਿਟੀ ਕਿੱਦਾਂ ਕ੍ਰੀਏਟ ਕਰਨੀ ਹੈ ਉਹੀ ਇੱਕ ਬਿਜ਼ਨਸਮੈਨ ਦਾ ਰੋਲ ਹੁੰਦਾ ਜੀ। ਬਿਕਾਜ਼ ਇਹ ਸਾਰਿਆਂ ਨੂੰ ਪਤਾ ਹੈ ਕਿ ਚਾਈਨਾ ਜਿਹੜਾ ਹੈਗਾ ਉਹ ਕੋਲਾ ਸਾਰਾ ਇੰਪੋਰਟ ਕਰਦਾ ਆਸਟ੍ਰੇਲੀਆ ਤੋਂ, ਐਂਡ ਇਨ ਕਰੰਟ ਸਿਚੁਏਸ਼ਨ ਉਹਨਾਂ ਨੇ ਕੋਲਾ ਜਿਹੜਾ ਆਸਟ੍ਰੇਲੀਆ ਨੇ ਚਾਈਨਾ ਨੂੰ ਦੇਣ ਤੋਂ ਮਨਾ ਕਰ ਦਿੱਤਾ ਹੋਇਆ ਹੈ। ਚਾਈਨਾ ਕੋਲ ਕੋਲਾ ਨਾ ਹੋਣ ਕਰਕੇ ਪਲਾਂਟਸ ਬੰਦ ਹੋ ਰਹੇ ਹੈ, ਬਟ ਉਹਦੀ ਵੀ ਉਹਨਾਂ ਨੇ ਦੋਸ਼ ਆਸਟ੍ਰੇਲੀਆ ਤੇ ਮੜਨ ਦੀ ਬਜਾਏ ਉਹਨਾਂ ਨੇ ਕਹਿਤਾ ਜੀ ਅਸੀਂ ਆਪਣੇ ਆਪ ਹੀ ਬੰਦ ਕਰ ਰਹੇ ਹਾਂ, ਅਸੀਂ ਆਪਣਾ ਮੌਸਮ ਕਲੀਅਰ ਕਰਨਾ। ਹਰ ਚੀਜ਼ ਨੂੰ ਆਪਣੇ ਦਾਇਰੇ 'ਚ ਲੈਣ ਦੀ ਕੋਸ਼ਿਸ਼, ਹਰ ਚੀਜ਼ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਦੇ ਵਿੱਚ ਨਾ ਉਹ ਕੀ ਗੇਮ ਪਲਾਨ ਕਰਦੇ ਆ ਕਿਸੇ ਨੂੰ ਨਹੀਂ ਪਤਾ ਜੀ। ਸਮਝ ਹੀ ਨਹੀਂ ਲੱਗਦੀ। ਤੇ ਬਾਕੀਆਂ ਬਾਰੇ ਮੇਰਾ ਇੰਨਾ ਜ਼ਿਆਦਾ ਗਿਆਨ ਨਹੀਂ ਹੈ, ਬਟ ਸਾਡੀ ਜਿਹੜੀ ਕੰਪਨੀ ਹੈਗੀ ਹੈ ਉਹ ਇੱਕ ਲਿਸਟਡ ਕੰਪਨੀ ਹੈ, ਤੁਸੀਂ ਦੇਖੀ ਹੋਈ ਹੈ। ਉਹਨਾਂ ਨੂੰ ਵੀ ਇਸ ਪਾਵਰ ਦੀ ਪ੍ਰੋਬਲਮ ਦਾ ਫੇਸ ਕਰਨੀ ਪੈ ਰਹੀ ਸੀਗੀ, ਬਟ ਉਹਨਾਂ ਨੇ ਇਮੀਡੀਏਟ ਇੱਕ ਡਿਸੀਜਨ ਲਿੱਤਾ ਤੇ ਉਹਨਾਂ ਨੇ ਆਪਣਾ 3 ਮੈਗਾਵਾਟ ਦਾ ਸੋਲਰ ਪਲਾਂਟ ਜਿਹੜਾ ਹੈ ਜੀ ਉਹ ਇੰਸਟਾਲ ਕਰਾ ਲਿਆ ਹੋਇਆ ਹੈ। जनहितैषी टीआरपी नहीं खरीदते, भरोसा जीतते हैं हम। ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਤੇ ਅੱਜ ਦਾ ਅਸੀਂ ਇੱਕ ਵਾਰੀ ਫਿਰ ਜਿਹੜਾ ਗੱਲਬਾਤ ਕਰਨ ਦਾ ਮੁੱਦਾ ਹੈਗਾ ਉਹ ਹੈ ਚਾਈਨਾ ਦੇ ਵਿੱਚ ਪਾਵਰ ਕ੍ਰਾਈਸਿਸ। ਜੀ ਹਾਂ, ਚਾਈਨਾ ਦੇ ਵਿੱਚ ਪਾਵਰ ਦਾ ਕ੍ਰਾਈਸਿਸ ਚੱਲ ਰਿਹਾ ਜਿਹਦੇ ਕਰਕੇ ਪੂਰੇ ਵਰਲਡ ਦੇ ਵਿੱਚ ਪੂਰੇ ਵਰਲਡ ਦੀ ਨਜ਼ਰ ਜਿਹੜੀ ਹੈ ਚਾਈਨਾ 'ਤੇ ਹੈ ਕਿ ਜਿਹੜਾ ਉੱਥੇ ਦਾ ਪਾਵਰ ਕ੍ਰਾਈਸਿਸ ਹੈ ਉਹ ਖਾਸ ਕਰਕੇ ਗੱਲ ਕਰੀਏ ਪੂਰੇ ਵਰਲਡ ਲਈ, ਖਾਸ ਕਰਕੇ ਇੰਡੀਆ ਲਈ ਉਹ ਇੱਕ ਓਪਰਚੁਨਿਟੀ ਹੈ ਜਾਂ ਇਹਦਾ ਸਾਡੇ 'ਤੇ ਕੋਈ ਹੋਰ ਇਫੈਕਟ ਆਏਗਾ। ਇਹ ਸਾਰੇ ਮਾਮਲੇ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੀ ਇੰਡਸਟਰੀ ਦੇ ਵਿੱਚ। ਸੋ ਗੱਲਬਾਤ ਕਰਦੇ ਹਾਂ KP ਐਗਜ਼ਿਮ ਦੇ ਜਿਹੜੇ ਮਾਲਕ ਹੈਗੇ ਆ ਗੁਰਪ੍ਰੀਤ ਜੀ ਨਾਲ। ਇਹ ਕਿਉਂਕਿ ਚਾਈਨਾ ਦੇ ਵਿੱਚ ਬਹੁਤ ਜ਼ਿਆਦਾ ਇਨਵੋਲਵ ਹੈ ਬਿਜ਼ਨਸ 'ਚ, ਇੰਪੋਰਟ ਐਕਸਪੋਰਟ ਦਾ ਬਹੁਤ ਅੱਛਾ ਕੰਮ ਹੈਗਾ ਇਹਨਾਂ ਦਾ। ਸੋ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕੀ ਹੈ ਜ਼ਮੀਨੀ ਹਕੀਕਤ ਕੀ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਚਾਈਨਾ ਦੇ ਵਿੱਚ ਇਸ ਟਾਈਮ ਕਹਿੰਦੇ ਪਾਵਰ ਕ੍ਰਾਈਸਿਸ ਚੱਲ ਰਿਹਾ। ਬਹੁਤ ਸਾਰੀ ਇੰਡਸਟਰੀ ਹਫਤੇ 'ਚ ਸਿਰਫ ਇੱਕ ਜਾਂ 2 ਦਿਨ ਹੀ ਚੱਲ ਪਾਉਂਦੀ ਹੈ। ਇਹ ਸਾਰਿਆਂ ਦੇ ਵਿੱਚ ਅਸੀਂ ਇਹਨੂੰ ਇੰਡੀਆ ਦੇ ਵਿੱਚ ਜਾਂ ਪੂਰਾ ਵਰਲਡ ਇਹਨੂੰ ਐਜ਼ ਅ ਓਪਰਚੁਨਿਟੀ ਦੇਖ ਰਿਹਾ ਹੈ ਜਾਂ ਇਹਦਾ ਕੀ ਇੰਪੈਕਟ ਆਏਗਾ? ਸੰਦੀਪ ਜੀ, ਜਿਹੜੀ ਪਾਵਰ ਕ੍ਰਾਈਸਿਸ ਹੈਗਾ ਇਹ ਜਸਟ ਮੇਰੇ ਖਿਆਲ ਇੱਕ ਹਫ਼ਤਾ ਪਹਿਲਾਂ ਹੀ ਇਸ ਚੀਜ਼ ਦੀ ਨਿਊਜ਼ ਆਈ ਸੀਗੀ ਔਰ ਉੱਥੇ ਉਹਨਾਂ ਨੇ ਗਵਰਨਮੈਂਟ ਨੇ ਇੰਪਲੀਮੈਂਟ ਕੀਤਾ ਕਿਉਂਕਿ ਉਹਨਾਂ ਨੇ ਜਿੰਨੇ ਉਹਨਾਂ ਦੇ ਕੋਲ ਦੇ ਨਾਲ ਰਨ ਹੁੰਦੇ ਸੀਗੇ ਥਰਮਲ ਪਾਵਰ ਪਲਾਂਟਸ ਉਹ ਸਾਰੇ ਓਵਰਨਾਈਟ ਸ਼ਟਡਾਊਨ ਕਰਤੇ ਹੈ। ਉਹਨਾਂ ਦੇ ਪ੍ਰੈਜ਼ੀਡੈਂਟ ਦਾ ਇਹ ਕਹਿਣਾ ਕਿ ਨੈਕਸਟ ਈਅਰ ਓਲੰਪਿਕਸ ਦੇ ਵਿੱਚ ਉਹ ਸਕਾਈ ਜਿਹੜਾ ਹੈਗਾ ਪੂਰਾ ਮੌਸਮ ਕਲੀਅਰ ਦੇਖਣਾ ਚਾਹੁੰਦੇ ਨੇ ਤਾਂ ਕਿ ਜਿਹੜੇ ਬਾਹਰੋਂ ਮਹਿਮਾਨ ਆਉਣ ਉਹਨਾਂ ਨੂੰ ਕੋਈ ਪੋਲਿਊਸ਼ਨ ਨਜ਼ਰ ਨਾ ਆਵੇ। ਮੇਬੀ ਦੈਟ ਇਜ਼ ਹਿਜ਼ ਪੋਲੀਟੀਕਲ ਸਟੇਟਮੈਂਟ, ਬਟ ਮੇਬੀ ਉਹਦੇ ਪਿੱਛੇ ਸੱਚਾਈ ਕੁਝ ਹੋਰ ਹੋਵੇਗੀ। ਲੇਕਿਨ ਇੰਡਸਟਰੀ ਵਾਸਤੇ ਇਹ ਬਹੁਤ ਵੱਡਾ ਸੈਟਬੈਕ ਹੈ ਜੀ ਉੱਥੇ ਦੀ ਇੰਡਸਟਰੀ ਲਈ, ਔਰ ਖਾਲੀ ਉੱਥੇ ਦੀ ਇੰਡਸਟਰੀ ਲਈ ਨਹੀਂ ਹੈ,
ਇਹ ਪੂਰੇ ਵਰਲਡ ਦੀ ਇੰਡਸਟਰੀ ਵਾਸਤੇ, ਕਿਉਂਕਿ ਬਹੁਤ ਸਾਰਾ ਰॉ ਮਟੀਰੀਅਲ, ਬਹੁਤ ਸਾਰਾ ਸਮਾਨ ਜਿਹੜਾ ਹੈਗਾ ਉਹ ਇੱਥੇ ਦੀ ਇੰਡਸਟਰੀ ਵੀ ਜਿਹੜੀ ਉਹ ਚਾਈਨਾ ਤੋਂ ਇੰਪੋਰਟ ਕਰਕੇ ਯੂਜ਼ ਕਰਦੀ ਹੈ। ਔਰ ਉਸ ਚੀਜ਼ ਨੂੰ ਇੰਡੀਆ ਦੇ ਵਿੱਚ ਮੈਨੂਫੈਕਚਰ ਕਰ ਪਾਉਣਾ, ਮੈਂ ਤਾਂ ਇਹ ਨਹੀਂ ਕਹੂੰਗਾ ਕਿ ਇੰਪੋਸੀਬਲ ਹੈ, ਬਟ ਸਾਡੇ ਕੋਲ ਹਾਲ ਦੀ ਘੜੀ ਰਾਈਟ ਨਾਓ ਵੀ ਡੋਂਟ ਹੈਵ ਦ ਇਨਫਰਾਸਟਰਕਚਰ। ਉਸ ਲੈਵਲ ਦੀ ਇੰਡਸਟਰੀ ਦਾ ਇਨਫਰਾਸਟਰਕਚਰ ਸਾਡੇ ਕੋਲ ਹਿੰਦੁਸਤਾਨ 'ਚ ਨਹੀਂ ਹੈ। ਅਸੀਂ ਲੋਕ ਜਿਹੜੇ ਹਾਂ ਉਹ ਸਮਾਲ ਸਕੇਲ ਇੰਡਸਟਰੀ ਦੇ ਪਾਇਨੀਅਰਸ ਹਾਂ। ਚਾਈਨਾ ਜਿਹੜਾ ਹੈ ਉਹ ਲਾਰਜ ਸਕੇਲ ਇੰਡਸਟਰੀ ਦਾ ਪਾਇਨੀਅਰ ਹੈ, ਅਤੇ ਇਸ ਕਰਕੇ ਮੈਨੂੰ ਲੱਗਦਾ ਕਿ ਗੈਪ ਬਹੁਤ ਵੱਡਾ ਗੈਪ ਹੈਗਾ ਜਿਹੜਾ ਕਿ ਇਮੀਡੀਏਟਲੀ ਫਿਲਅਪ ਨਹੀਂ ਹੋ ਸਕਦਾ। ਸਰ ਮੈਂ ਇਹ ਕਹਿ ਹੀ ਨਹੀਂ ਰਿਹਾ ਇਮੀਡੀਏਟਲੀ ਫਿਲਅਪ ਹੋਏਗਾ, ਮੈਂ ਇਹ ਕਹਿ ਰਿਹਾ ਕਿ ਇੱਕ ਡਿਮਾਂਡ ਐਂਡ ਸਪਲਾਈ ਦਾ ਗੈਪ ਹੋਏਗਾ। ਜਿੱਦਾਂ ਅਸੀਂ ਪਿੱਛੇ ਦੇਖਿਆ ਸੀ, ਕੋਵਿਡ ਦੇ ਕਰਕੇ ਬਹੁਤ ਸਾਰਾ ਸਮਾਨ ਆਉਣਾ ਜਾਣਾ ਬੰਦ ਹੋ ਗਿਆ। ਸੋ ਉਹਦੇ ਨਾਲ ਕੀ ਹੋਇਆ ਕਿ ਓਪਰਚੁਨਿਟੀਜ਼ ਕ੍ਰੀਏਟ ਹੋਈਆਂ। ਜਦੋਂ ਸਾਡੇ ਕੋਲ ਸਾਨੂੰ ਪ੍ਰੋਡਕਟ ਕਿਤੋਂ ਨਹੀਂ ਮਿਲੇਗਾ ਤਾਂ ਆਦਮੀ ਉਹਦਾ ਹੱਲ ਢੂੰਢਣ ਲਈ ਕੁਛ ਨਾ ਕੁਛ ਹੱਥ ਪੈਰ ਮਾਰਦਾ। ਸੋ ਹੁਣ ਸਾਨੂੰ ਇਹ ਐਜ਼ ਏ ਅਪਰਚੁਨਿਟੀ ਲੈ ਕੇ ਇੱਥੇ ਸਾਨੂੰ ਹੱਥ ਪੈਰ ਮਾਰਨੇ ਚਾਹੀਦੇ ਹੈ। ਕੀ ਸਟ੍ਰੈਟਜੀ ਅਪਣਾਉਣੀ ਚਾਹੀਦੀ ਹੈ, ਕਿੱਦਾਂ ਜਿਵੇਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਪਾਵਰ ਕ੍ਰਾਈਸਿਸ ਹੈ ਚਾਈਨਾ 'ਚ ਲਗਭਗ 3 ਸਾਲ ਦੀ ਇਹਦੀ ਇੱਕ ਐਸਟੀਮੇਟ ਟਾਈਮ ਲਿਮਿਟ ਦੱਸੀ ਜਾ ਰਹੀ ਹੈ ਕਿ 3 ਸਾਲ ਅਸੀਂ ਆਪਣੇ ਆਪ ਨੂੰ ਇੰਡੀਅਨ ਜਿਹੜਾ ਕੰਜ਼ਿਊਮਰ ਹੈ ਜਾਂ ਇੰਡਸਟਰੀਅਲਿਸਟ ਹੈ ਉਹ ਆਰਾਮ ਨਾਲ ਹੱਥ 'ਤੇ ਹੱਥ ਰੱਖ ਕੇ ਬੈਠ ਜਾਏ ਕਿ ਨਹੀਂ ਮੈਨੂੰ 3 ਸਾਲ ਬਾਅਦ ਹੀ ਹੁਣ ਕੁਛ ਮਿਲਣਾ। ਆਫਟਰ ਆਲ 3 ਸਾਲ ਕੱਢਣੇ ਹੈ, ਡਿਮਾਂਡ ਐਂਡ ਸਪਲਾਈ ਦਾ ਗੈਪ ਵਧਣਾ ਦਿਨ ਬਰ ਦਿਨ। ਉਦੋਂ ਆਪਾਂ ਨੂੰ ਕਿੱਦਾਂ ਇਹ ਸਾਰੀ ਚੀਜ਼ਾਂ ਨੂੰ ਆਪਾਂ ਨੂੰ ਹੈਂਡਲ ਕਰਨਾ ਚਾਹੀਦਾ? ਦੇਖੋ 3 ਸਾਲ ਦਾ ਜਿਹੜਾ ਗੈਪ ਹੈਗਾ ਉਹ ਨੋ ਡਾਊਟ ਇਮੀਡੀਏਟਲੀ ਫਿਲਅਪ ਨਹੀਂ ਹੋ ਸਕਦਾ, ਪਰ ਇਹ ਆਪਣਾ ਨਾ ਨਜ਼ਰੀਆ ਹੈ ਹਰ ਬੰਦੇ ਦੇ ਸੋਚਣ ਦਾ। ਅਸੀਂ ਕਹਿੰਦੇ ਕਿ ਸਾਡੀ 130 ਕਰੋੜ ਜਨਤਾ ਹੈਗੀ, 130 ਕਰੋੜ ਮੂੰਹ ਹੈਗੇ ਖਾਣ ਵਾਲੇ, ਬਟ ਅਗਰ ਤੁਸੀਂ ਇਹਨੂੰ ਪੋਜ਼ੀਟਿਵ ਵੇ 'ਚ ਦੇਖਣਾ ਤਾਂ ਸਾਡੇ ਕੋਲ 260 ਕਰੋੜ ਹੱਥ ਹੈਗੇ ਕੰਮ ਕਰਨ ਵਾਲੇ। ਸੋ ਵੀ ਸ਼ੁੱਡ ਬੀ ਮੋਰ ਆਫ ਆਪਟਿਮਿਸਟਿਕ, ਪੋਜ਼ੀਟਿਵ ਸੋਚ ਲੈ ਕੇ ਚੱਲਣੀ ਚਾਹੀਦੀ ਹੈ। ਦੇਖੋ ਵੀ ਜਸਟ ਕਾਂਟ ਕੀਪ ਔਨ ਬਲੇਮਿੰਗ ਔਨ ਦ ਥਿੰਗਸ, ਬਟ ਡੈਫੀਨੇਟਲੀ ਆਪਣੇ ਇੱਕ ਜਿਹੜੀ ਵੀ ਉਹਨੂੰ ਓਪਰਚੁਨਿਟੀ ਕਹਿ ਲਈਏ ਜਾਂ ਉਹਨੂੰ ਇੱਕ ਸਿਚੁਏਸ਼ਨ ਕਹਿ ਲਈਏ, ਇੱਕ ਨਾਰਮਲ ਸਿਚੁਏਸ਼ਨ ਨੂੰ ਜਾਂ ਇੱਕ ਜਿਹੜੀ ਵਿਪਤਾ ਆਈ ਹੈ ਉਹਦੇ ਵਿੱਚ ਵੀ ਓਪਰਚੁਨਿਟੀ ਕਿੱਦਾਂ ਕ੍ਰੀਏਟ ਕਰਨੀ ਹੈ, ਉਹੀ ਇੱਕ ਬਿਜ਼ਨਸਮੈਨ ਦਾ ਰੋਲ ਹੁੰਦਾ ਜੀ। ਸੋ ਆਈ ਥਿੰਕ ਜਿੰਨੇ ਵੀ ਬਿਜ਼ਨਸਮੈਨ ਹੈਗੇ ਨੇ ਸਾਡੇ ਇੰਡਸਟਰੀ ਦੇ ਆਲ ਓਵਰ ਇੰਡੀਆ, ਦੇ ਵਿਲ ਟਰਾਈ ਟੂ ਫਾਈਂਡ ਸਮ ਸੋਲਿਊਸ਼ਨਸ ਇਨਟੂ ਦਿਸ, ਐਂਡ ਇਹਨੂੰ ਕੈਪੀਟਲਾਈਜ਼ ਕਰਨ ਦੀ ਪੂਰੀ ਹਰ ਬੰਦਾ ਆਪਣੇ ਲੈਵਲ ਤੇ ਕੋਸ਼ਿਸ਼ ਕਰੇਗਾ ਜੀ। ਸਰ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਚਾਈਨਾ ਜਿਹਨੂੰ ਇੱਕ ਫੈਕਟਰੀ ਆਫ ਪੂਰਾ ਵਰਲਡ ਕਿਹਾ ਜਾਂਦਾ ਹੈ, ਠੀਕ ਹੈ, ਫੈਕਟਰੀਜ਼ ਆਫ ਵਰਲਡ ਕਿਹਾ ਜਾਂਦਾ ਹੈ ਚਾਈਨਾ, ਕਿ ਉਹ ਸਿਰਫ ਜਿੱਥੇ ਇੰਪੋਸੀਬਲ ਵਰਡ ਹੈ ਹੀ ਨਹੀਂ ਸ਼ਾਇਦ ਚਾਈਨਾ ਦੇ ਵਿੱਚ, ਕਿ ਉਹ ਸਿਰਫ ਪਾਵਰ ਕ੍ਰਾਈਸਿਸ ਦਾ ਇੱਕ ਕਹਿ ਲਓ ਕਮੈਂਟ ਕਰਕੇ ਜਾਂ ਇੱਕ ਬਹਾਨਾ ਕਹਿ ਕੇ ਕਿ ਉਹ ਆਪਣੀ, ਜਿਵੇਂ ਉਹਨਾਂ ਨੇ ਕਿਹਾ ਸਟੀਲ ਇੰਡਸਟਰੀ, ਐਲੂਮੀਨੀਅਮ ਇੰਡਸਟਰੀ, ਆਪਣਾ ਫੂਡ ਪ੍ਰੋਸੈਸਿੰਗ ਯੂਨਿਟਸ, ਟੈਕਸਟਾਈਲ, ਕਿ ਇਹ ਸਾਰੇ ਇੰਡਸਟਰੀ ਜਿਹੜੀ ਕਿ ਲਾਰਜ ਸਕੇਲ ਨਾਲ ਕਿਤੇ ਨਾ ਕਿਤੇ ਅਟੈਚ ਹੈ, ਸਮਾਲ ਸਕੇਲ 'ਤੇ ਨਹੀਂ ਇਨਵੋਲਵ ਹੈਗੀ ਹੈ, ਕਿ ਜਾਣ ਦੇਗਾ ਕਿ ਉਹਦੇ ਲਈ ਸਾਨੂੰ ਨਹੀਂ ਲੱਗਦਾ ਮਤਲਬ ਇੰਪੋਸੀਬਲ। ਜਿਵੇਂ ਮੈਨੂੰ ਕਿਹਾ ਚਾਈਨਾ, ਉਹ ਕਹਿੰਦੇ ਨਾ ਕੁਛ ਵੀ ਸੋਚੋ ਤਾਂ ਚਾਈਨਾ ਹੈ, ਅਤੇ ਜੇ ਚਾਈਨਾ ਸਿਰਫ ਦੇਖੋ ਮੈਂ ਪਹਿਲਾਂ ਹੀ ਆਪਣੀ ਗੱਲ ਦੀ ਸ਼ੁਰੂਆਤ 'ਚ ਇਹ ਕਹਿਤਾ ਜੀ, ਹੋ ਸਕਦਾ ਇਹਨਾਂ ਦੀ ਇਹ ਕੋਈ ਪੋਲੀਟੀਕਲ ਸਟੇਟਮੈਂਟ ਹੋਵੇ, ਬਿਕੋਜ਼ ਇਹ ਸਾਰਿਆਂ ਨੂੰ ਪਤਾ ਹੈ ਕਿ ਚਾਈਨਾ ਜਿਹੜਾ ਹੈਗਾ ਉਹ ਕੋਲਾ ਸਾਰਾ ਇੰਪੋਰਟ ਕਰਦਾ ਆਸਟ੍ਰੇਲੀਆ ਤੋਂ, ਐਂਡ ਇਨ ਕਰੰਟ ਸਿਚੁਏਸ਼ਨ ਉਹਨਾਂ ਨੇ ਕੋਲਾ ਜਿਹੜਾ ਆਸਟ੍ਰੇਲੀਆ ਨੇ ਚਾਈਨਾ ਨੂੰ ਦੇਣ ਤੋਂ ਮਨਾ ਕਰ ਦਿੱਤਾ ਹੋਇਆ ਬਿਕੋਜ਼ ਆਫ ਦੇਅਰ ਪੋਲੀਟੀਕਲ ਡਿਸਟਰਬੈਂਸ। ਚਾਈਨਾ ਕੋਲ ਕੋਲਾ ਨਾ ਹੋਣ ਕਰਕੇ ਪਲਾਂਟਸ ਬੰਦ ਹੋ ਰਹੇ ਹੈ, ਬਟ ਉਹਦੀ ਵੀ ਉਹਨਾਂ ਨੇ ਦੋਸ਼ ਆਸਟ੍ਰੇਲੀਆ ਤੇ ਮੜਨ ਦੀ ਬਜਾਏ ਉਹਨਾਂ ਨੇ ਕਹਿਤਾ ਜੀ ਅਸੀਂ ਆਪਣੇ ਆਪ ਹੀ ਬੰਦ ਕਰ ਰਹੇ ਹਾਂ, ਅਸੀਂ ਆਪਣਾ ਮੌਸਮ ਕਲੀਅਰ ਕਰਨਾ ਹੈ। ਸੋ ਵੀ ਡੋਂਟ ਨੋ ਦ ਐਗਜ਼ੈਕਟ ਰਿਐਲਿਟੀ, ਬਟ ਇੱਕ ਚੀਜ਼ ਹੋਰ ਵੀ ਹੈ ਸਰ, ਚਾਈਨਾ ਜਿਹੜਾ ਹੈਗਾ ਜੀ ਉਹ ਸੈਕਿੰਡ ਸੁਪਰ ਪਾਵਰ ਕਹਿੰਦੇ ਆਪਾਂ US ਤੋਂ ਬਾਅਦ ਇਹਨੂੰ, ਤੇ ਦੇ ਆਰ ਹੈਡਿੰਗ ਟੂਵਰਡਸ ਲਾਈਕ ਹਰ ਚੀਜ਼ ਨੂੰ ਆਪਣੇ ਦਾਇਰੇ 'ਚ ਲੈਣ ਦੀ ਕੋਸ਼ਿਸ਼, ਹਰ ਚੀਜ਼ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਦੇ ਵਿੱਚ ਨਾ ਉਹ ਕੀ ਗੇਮ ਪਲਾਨ ਕਰਦੇ ਆ ਕਿਸੇ ਨੂੰ ਨਹੀਂ ਪਤਾ ਜੀ, ਸਮਝ ਹੀ ਨਹੀਂ ਲੱਗਦੀ ਸਰ। ਅੱਛਾ ਚਲੋ ਮੈਂ ਇਹ ਪੁੱਛਣਾ ਚਾਹਾਂਗਾ, ਜਿਵੇਂ ਤੁਸੀਂ ਚਾਈਨਾ, ਤੁਹਾਡਾ ਇੰਪੋਰਟ ਐਕਸਪੋਰਟ ਹੋਣ ਕਰਕੇ ਚਾਈਨਾ ਦੇ ਬਿਜ਼ਨਸਮੈਨਸ ਨਾਲ ਵੀ ਤੁਹਾਡੀ ਬੜੀ ਇੰਟਰੈਕਸ਼ਨ ਹੈਗੀ ਹੈ। ਸੋ ਉੱਥੇ ਦਾ ਇੱਕ ਬਿਜ਼ਨਸਮੈਨ ਜਿਹਨੂੰ ਅੱਜ ਹਾਲ ਦੀ ਘੜੀ ਹਫਤੇ 'ਚ
2 ਜਾਂ 3 ਦਿਨ ਫੈਕਟਰੀ ਚਲਾਉਣ ਨੂੰ ਮਿਲ ਰਹੀ ਹੈ, ਉਹ ਆਪਣੇ ਆਪ ਨੂੰ ਕੀ ਇਨਸਿਕਿਉਰਡ ਮਹਿਸੂਸ ਕਰ ਰਿਹਾ ਹੈ? ਉਹ ਆਪਣੇ ਆਪ ਨੂੰ ਅੱਗੇ ਕਿਸੇ ਹੋਰ ਕੰਟਰੀ 'ਚ ਸ਼ਿਫਟ ਕਰਨ ਦੇ ਬਾਰੇ ਸੋਚ ਰਿਹਾ ਹੈ? ਆਫਟਰ ਆਲ ਤੁਹਾਡੀ ਕਿਤੇ ਨਾ ਕਿਤੇ ਡਿਸਕਸ਼ਨ ਹੁੰਦੀ ਹੋਣੀ ਬਿਜ਼ਨਸ ਦੇ ਵਿੱਚ। ਉਹ ਇਨਸਿਕਿਉਰ ਫੀਲ ਕਰ ਰਿਹਾ, ਉਹ ਕੀ ਫੀਲ ਕਰ ਰਿਹਾ? ਜੇ ਉਹ ਬਾਹਰ ਨਿਕਲਣ ਦੀ ਫੀਲ ਕਰ ਰਿਹਾ ਹੈ ਕਿ ਇੰਡੀਆ ਦੇ ਕੋਲ ਕੁਝ ਇਹੋ ਜਿਹੇ ਓਪਰਚੁਨਿਟੀਜ਼ ਹੈਗੀਆਂ ਕਿ ਇੰਡੀਅਨ ਕੰਪਨੀਜ਼ ਉਹਨਾਂ ਨਾਲ ਜੇਵੀਜ਼ ਕਰਨ, ਤਾਂ ਕਿ ਉਹ ਜੇ ਸ਼ਿਫਟ ਕਰਨ ਤਾਂ ਇੰਡੀਆ ਦੇ ਵਿੱਚ ਕਰਨ, ਕਿਤੇ ਜੇਵੀ ਕਰਕੇ ਇੰਡੀਆ 'ਚ ਨਵੇਂ ਉੱਦਾਂ ਦੇ ਯੂਨਿਟਸ ਲਗਾਏ ਜਾ ਸਕਣ। ਜ਼ਰੂਰੀ ਨਹੀਂ ਹਰ ਚੀਜ਼ 'ਚ, ਸ਼ਾਇਦ ਅਸੀਂ ਕਹਿੰਦੇ ਹਾਂ ਜੇ 100% ਦੀ ਕਮੀ ਹੋਏਗੀ ਤਾਂ 5, 10, 15 ਜਿੰਨੀ ਸਾਡੇ ਕੋਲ ਇਨਫਰਾਸਟਰਕਚਰ ਹੈ, ਜਿੰਨੀ ਸਾਡੀ ਕਹਿ ਲਓ ਸੋਚ ਹੈ, ਅਸੀਂ ਉਹਨਾਂ ਤਾਂ ਉਹਨੂੰ ਡਿਮਾਂਡ ਐਂਡ ਸਪਲਾਈ ਦੇ ਗੈਪ ਨੂੰ ਘੱਟ ਕਰਨ ਦੀ ਸੋਚ ਸਕਦੇ ਹਾਂ। ਸਰ ਬਾਕੀਆਂ ਬਾਰੇ ਮੇਰਾ ਇੰਨਾ ਜ਼ਿਆਦਾ ਗਿਆਨ ਨਹੀਂ ਹੈ, ਬਟ ਸਾਡੀ ਜਿਹੜੀ ਕੰਪਨੀ ਹੈਗੀ ਹੈ ਜੀ, ਉਹ ਇੱਕ ਲਿਸਟਡ ਕੰਪਨੀ ਹੈ, ਤੁਸੀਂ ਦੇਖੀ ਹੋਈ ਹੈ। ਉਹਨਾਂ ਨੂੰ ਵੀ ਇਸ ਪਾਵਰ ਦੀ ਪ੍ਰੋਬਲਮ ਦਾ ਫੇਸ ਕਰਨੀ ਪੈ ਰਹੀ ਸੀਗੀ, ਬਟ ਉਹਨਾਂ ਨੇ ਇਮੀਡੀਏਟ ਇੱਕ ਡਿਸੀਜਨ ਲਿੱਤਾ ਅਤੇ ਉਹਨਾਂ ਨੇ ਆਪਣਾ 3 ਮੈਗਾਵਾਟ ਦਾ ਸੋਲਰ ਪਲਾਂਟ ਜਿਹੜਾ ਹੈ ਜੀ ਉਹ ਇੰਸਟਾਲ ਕਰਾ ਲਿਆ ਹੋਇਆ, ਵਿਚ ਵਿਲ ਬੀ ਆਪਰੇਸ਼ਨਲ ਵਿਦਿਨ ਨੈਕਸਟ 15 ਡੇਜ਼। ਉਹ ਕਹਿ ਰਹੇ ਨੇ ਕਿ ਬਾਈ ਐਂਡ ਆਫ ਦਿਸ ਅਕਤੂਬਰ ਉਹ ਸੋਲਰ ਪਲਾਂਟ ਦੇ ਉੱਤੇ ਆਪਣਾ ਸਾਰਾ ਵਰਕਲੋਡ ਮੈਕਸਿਮਮ ਸ਼ਿਫਟ ਕਰ ਦੇਣਗੇ। ਸੋ ਮੇਰੇ ਖਿਆਲ ਨਾਲ ਉਹਨਾਂ ਕੋਲ ਰਿਸੋਰਸਿਸ ਵੀ ਹੈਗੇ ਹੈ। ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਇੱਕੋ ਦਮ ਡਿਸਟਰਬ ਹੋ ਜਾਣਗੇ, ਬਿਕੋਜ਼ ਇਹ ਚੀਜ਼ ਆਪਾਂ ਨੂੰ ਸਮਝਣੀ ਪੈਣੀ ਹੈ ਕਿ ਉੱਥੇ ਦਾ ਮੈਨੂਫੈਕਚਰਰ ਜਿਹੜਾ ਹੈਗਾ ਉਹ ਸਟਰੋਂਗ ਬਹੁਤ ਹੈ, ਫਾਈਨੈਂਸ਼ੀਅਲੀ ਵੀ, ਇਨਫਰਾਸਟਰਕਚਰ ਵਾਈਜ਼ ਵੀ, ਔਰ ਹਰ ਪੱਖੋਂ। ਤੇ ਦੇ ਆਰ ਕੈਪੇਬਲ ਆਫ ਹੈਂਡਲਿੰਗ ਆਲ ਦ ਸਿਚੁਏਸ਼ਨਸ। ਨੋ ਡਾਊਟ ਕਾਸਟ ਵਧੇਗੀ, ਹਰ ਚੀਜ਼ ਦੀ ਕਾਸਟ ਪੈਂਦੀ ਹੈ, ਬਟ ਅਗੇਨ ਇਹ ਵਕਤ ਦੱਸੂਗਾ ਜੀ ਵੀ ਉਹਨਾਂ ਨੂੰ ਕਿੰਨੀ ਕੁ ਦਿੱਕਤ ਪੇਸ਼ ਆਉਂਦੀ ਹੈ। ਬਟ ਉਹਨਾਂ ਦੀ ਦਿੱਕਤ ਹਾਲੇ ਪਤਾ ਲੱਗੇਗਾ ਬਾਅਦ ਚੋਂ। ਬਟ ਇੱਥੇ ਰॉ ਮਟੀਰੀਅਲ ਦੇ ਪ੍ਰਾਈਸਿਸ ਜਿਹੜੇ ਨੇ ਸਾਡੇ ਆਲਰੇਡੀ ਹਾਈਕ ਹੋਣੇ ਸ਼ੁਰੂ ਹੋ ਗਏ ਹੋਏ ਨੇ। ਸੋ ਤੁਸੀਂ ਇੰਡੀਅਨ ਜਿਹੜਾ ਇੱਕ ਕਾਰੋਬਾਰੀ ਹੈ, ਓਪਰਚੁਨਿਟਿਸਟ ਹੈਗਾ, ਉਹਨੂੰ ਕੀ ਸਲਾਹ ਦਿੰਦੇ ਹੋ ਕਿ ਉਹਨੂੰ ਇਸ ਟਾਈਮ 'ਤੇ ਕੀ ਸੂਝ-ਬੂਝ ਕਰਨੀ ਚਾਹੀਦੀ ਹੈ, ਕਿੱਦਾਂ ਦੇ ਸਟੈਪਸ ਚੱਕਣੇ ਚਾਹੀਦੇ ਕਿ ਜੇ ਓਪਰਚੁਨਿਟੀ ਕਿਤੇ ਵੀ ਥੋੜ੍ਹੀ ਬਹੁਤ 5, 10, 15, 20% ਕਿੰਨੀ ਵੀ ਇਨਕੈਸ਼ ਕੀਤੀ ਜਾ ਸਕਣੀ, ਕੋਸ਼ਿਸ਼ ਕਿੱਦਾਂ ਕੀਤੀ ਜਾਏ, ਕੀ ਸਟੈਪਸ ਲਿੱਤੇ ਜਾਣ ਕਿ ਅਸੀਂ ਕੁਛ ਤਾਂ ਇਨਕੈਸ਼ ਕਰ ਸਕੀਏ ਨਾ ਜੀ? ਓਬਵੀਅਸਲੀ ਪਹਿਲਾਂ ਅਸੀਂ ਲੋਕ ਡਿਪੈਂਡੈਂਸੀ ਸਾਡੀ ਚਾਈਨਾ ਦੇ ਉੱਤੇ ਬਹੁਤ ਜ਼ਿਆਦਾ ਸੀਗੀ। ਹੌਲੀ ਹੌਲੀ ਅਸੀਂ ਵੀ ਜਿਸ ਤਰ੍ਹਾਂ ਯਾਨ ਕੁਛ ਇੰਪੋਰਟ ਕਰ ਰਹੇ ਸੀਗੇ, ਬਟ ਨਾਓ ਅਸੀਂ ਇੱਥੇ ਦੀਆਂ ਜਿਹੜੀਆਂ ਮਿਲਸ ਹੈਗੀਆਂ ਉਹਨਾਂ ਨੂੰ ਨੈਗੋਸ਼ੀਏਟ ਕੀਤਾ, ਉਹਨਾਂ ਨੂੰ ਕਿਹਾ ਕਿ ਸਾਨੂੰ ਤੁਸੀਂ ਯਾਨ ਇੰਡੀਅਨ ਡਿਵੈਲਪ ਕਰਕੇ ਦਿਓ, ਸਪੈਸੀਫਿਕੇਸ਼ਨਸ ਆਪਣੀਆਂ ਦਿੱਤੀਆਂ, ਉਹਨਾਂ ਨਾਲ ਮੀਟਿੰਗਸ ਕਰਕੇ ਟੈਕਨੀਕਲ ਸਪੋਰਟ ਜੋ ਵੀ ਮਿਲ ਸਕਦਾ ਸੀ ਚਾਈਨਾ ਤੋਂ ਉਹ ਲੈ ਕੇ ਅਸੀਂ ਵੀ ਆਪਣੇ ਡਿਪੈਂਡੈਂਸੀ ਚਾਈਨਾ ਤੋਂ ਘਟਾਉਣਾ ਚਾਹੁੰਦੇ ਹਾਂ ਔਰ ਘਟਾ ਵੀ ਰਹੇ ਹਾਂ। ਅਤੇ ਉਹਦੇ ਨਾਲ ਇਹ ਹੈ ਕਿ ਹਰ ਬੰਦਾ ਆਪਣੇ ਲੈਵਲ 'ਤੇ ਜੋ ਬੈਸਟ ਪੋਸੀਬਲ ਐਫਰਟਸ ਕਰ ਸਕਦਾ ਜੀ। ਜਿੰਨੀ ਡਿਪੈਂਡੈਂਸੀ ਘਟਾਵਾਂਗੇ ਸਾਡੀ ਫੋਰਨ ਕਰੰਸੀ ਬਚੂਗੀ ਸਰ। ਡੈਫੀਨੇਟਲੀ ਸਾਡੀ ਕਰੰਸੀ ਜਿਹੜੀ ਫੋਰਨ ਕਰੰਸੀ ਬਚੂਗੀ ਸਾਡੀ ਕੰਟਰੀ ਨੂੰ ਆਪਣੀ GDP ਵਧਾਉਣ ਵਾਸਤੇ ਜਾਂ ਆਪਣੇ ਆਪ ਨੂੰ ਅੱਗੇ ਲਿਆਉਣ ਵਾਸਤੇ ਓਬਵੀਅਸਲੀ ਫੋਰਨ ਕਰੰਸੀ ਦੀ ਬਹੁਤ ਲੋੜ ਹੈ। ਟਾਈਮ ਲੱਗੇਗਾ ਸਰ, ਨਥਿੰਗ ਇਜ਼ ਇੰਪੋਸੀਬਲ। ਮੇਰੇ ਖਿਆਲ ਨਾਲ ਕਾਫੀ ਕੁਝ ਕੀਤਾ ਜਾ ਸਕਦਾ ਇਸ ਡਾਇਰੈਕਸ਼ਨ। ਤੁਸੀਂ ਇਸ ਓਪਰਚੁਨਿਟੀ ਨੂੰ ਐਜ਼ ਏ KP ਐਗਜ਼ਾਮ ਕੁਛ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਕੁਛ ਓਪਰਚੁਨਿਟੀ ਦੇਖ ਰਹੇ ਹੋ ਕਿ ਪਰਸਨਲ, ਕਿਉਂਕਿ ਤੁਹਾਡੀ ਵੀ ਕੰਪਨੀ ਉੱਥੇ ਬਹੁਤ ਵੱਡੀ ਹੈ ਔਰ ਤੁਹਾਡੇ ਵੀ ਰਿਲੇਸ਼ਨਸ ਬਹੁਤ ਅੱਛੇ ਹੈ, ਠੀਕ ਹੈ, ਉਹਨਾਂ ਨੇ ਉੱਥੇ ਇੱਕ ਸੈਟਅਪ ਕਰ ਲਿਆ ਇਮੀਡੀਏਟਲੀ ਟੈਂਪਰੇਰੀ, ਪਰ ਜੇ ਕਿ ਉਹ ਕੰਪਨੀਆਂ ਇੱਦਾਂ ਦੀਆਂ ਸੋਚ ਰਹੀਆਂ ਕਿ ਉਹ ਕਿਤੇ ਚਾਈਨਾ ਤੋਂ ਬਾਹਰ ਕਿਤੇ ਆਪਣਾ ਇੱਕ ਸੈਕਿੰਡ ਸੈਟਅਪ ਕ੍ਰੀਏਟ ਕਰਨ, ਤੇ ਕੀ ਤੁਸੀਂ ਕੋਸ਼ਿਸ਼ ਕਰੋਗੇ ਕਿ ਇੰਡੀਆ ਵਰਗੇ 'ਚ ਉਹ ਓਪਰਚੁਨਿਟੀ ਨੂੰ ਆਪਾਂ ਇਨਕੈਸ਼ ਕਰ ਸਕੀਏ? ਸਰ ਬੇਸਿਕਲੀ ਨਾ ਇੰਡੀਆ ਦੇ ਵਿੱਚ ਜਿਹੜੀ ਸਾਡੀ ਫਲੈਟ ਨੈਟਿੰਗ ਦੀ ਮਸ਼ੀਨ ਦੀ ਮਾਰਕੀਟ ਹੈ ਉਹਦੇ ਨੰਬਰਸ ਹਾਲੇ ਵੀ ਉਸ ਲੈਵਲ ਤੱਕ ਨਹੀਂ ਪਹੁੰਚੇ ਹੈ ਕਿ ਉਹਦੇ ਵਾਸਤੇ ਮੈਨੂਫੈਕਚਰਿੰਗ ਇੱਥੇ ਕੀਤੀ ਜਾਵੇ, ਬਿਕੋਜ਼ ਰਿਟਰਨ ਆਫ ਇਨਵੈਸਟਮੈਂਟ ਕਿਸੇ ਵੀ ਚੀਜ਼ ਦੀ ਜ਼ਰੂਰ ROI ਗਿਣੀ ਜਾਂਦੀ ਹੈ, ਅਤੇ ਇਸ ਕਰਕੇ ਉਹ ਨੰਬਰਸ ਹਾਲੇ ਨਹੀਂ ਮੈਚ ਹੋ ਪਾਉਣਗੇ। ਸਰ ਨਹੀਂ, ਖਾਲੀ ਮੈਂ ਇੰਡੀਅਨ ਲਈ ਨਹੀਂ ਕਹਿ ਰਿਹਾ, ਏਸ਼ੀਅਨ ਪੂਰੀ ਸੈਗਮੈਂਟ ਲਈ। ਆਫਟਰ ਆਲ ਪ੍ਰੋਡਕਸ਼ਨ ਤਾਂ ਕਰਨੀ ਪਏਗੀ ਨਾ ਪੂਰੇ ਏਸ਼ੀਆ ਨੂੰ ਜਾਂ ਵਰਲਡ ਨੂੰ, ਉਹਨਾਂ ਨੂੰ ਫੋਕਸ ਕਰਨ ਲਈ। ਸੋ ਮੈਂ ਤਾਂ ਸਿਰਫ ਕਿਹਾ ਕਿ ਇੱਥੇ ਉਹ ਚੀਜ਼ ਅਗਰ ਬਣ ਸਕਦੀ ਹੋਵੇ ਤਾਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਕਿੱਡੀ ਵੱਡੀ GDP ਦਾ ਪਾਰਟ ਬਣ ਸਕਦੀ ਹੈ। ਬੇਸਿਕਲੀ ਤਾਂ ਸਰ ਉਹਦੇ ਵਾਸਤੇ ਨਾ ਗਵਰਨਮੈਂਟ ਦੀਆਂ ਪੋਲਿਸੀਜ਼ ਜਿਹੜੀਆਂ ਨੇ ਹੋਰ ਜ਼ਿਆਦਾ ਕਲੀਅਰ ਹੋਣੀਆਂ ਚਾਹੀਦੀਆਂ ਨੇ, ਹੋਰ ਜ਼ਿਆਦਾ ਜਿਹੜੀਆਂ ਇੰਡਸਟਰੀਜ਼ ਫਰੈਂਡਲੀ ਹੋਣੀਆਂ ਚਾਹੀਦੀਆਂ ਨੇ। ਨੋ ਡਾਊਟ ਕਹਿਣ ਦਾ ਮਤਲਬ ਸਾਡੀ ਗਵਰਨਮੈਂਟ ਨੂੰ ਇਸ ਚੀਜ਼ ਨੂੰ ਓਪਰਚੁਨਿਟੀ ਨੂੰ ਸਮਝਦੇ ਹੋਏ ਕੁਛ ਇੱਦਾਂ ਦੀ ਲਿਬਰਲ ਪੋਲਿਸੀਜ਼ ਲੈ ਕੇ ਆਉਣੀ ਚਾਹੀਦੀ ਹੈ ਕਿ ਇੰਡਸਟਰੀਲਿਸਟ ਖੁਦ ਅੱਗੇ ਵੱਧ ਕੇ ਕਵੇ ਕਿ ਲਓ ਜੀ। ਉਹ ਤਾਂ ਓਬਵੀਅਸਲੀ ਇੰਡਸਟਰੀਲਿਸਟ ਹਮੇਸ਼ਾ ਉਸ ਚੀਜ਼ ਨੂੰ ਵੈਲਕਮ ਕਰਨਗੇ ਜੀ, ਅਗਰ ਕੋਈ ਗਵਰਨਮੈਂਟ ਵੱਲੋਂ ਕੋਈ ਸਪੋਰਟ ਆਉਂਦੀ ਹੈ ਤਾਂ। ਠੀਕ ਹੈ, ਹੋਰ ਕੁਝ ਕਹਿਣਾ ਚਾਹੋਗੇ ਤੁਸੀਂ? ਥੈਂਕ ਯੂ ਸੋ ਮਚ ਸਰ। ਥੈਂਕ ਯੂ। ਸੋ ਦੋਸਤੋ, ਇਹ ਸੀਗੇ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਉਂਕਿ ਇਹ ਖੁਦ ਇੱਕ ਵੱਡੇ ਐਕਸਪੋਰਟ ਇੰਪੋਰਟ
ਕਾਰੋਬਾਰੀ ਹੈਗੇ ਆ। ਸੋ ਇਹਨਾਂ ਨੇ ਸਾਨੂੰ ਦੱਸਿਆ ਕੀ ਹੈ ਚਾਈਨਾ ਦੇ ਵਿੱਚ ਜਿਹੜੀ ਜ਼ਮੀਨੀ ਹਕੀਕਤ ਪਾਵਰ ਕ੍ਰਾਈਸਿਸ ਨੂੰ ਲੈ ਕੇ, ਔਰ ਇਹਨਾਂ ਨੇ ਦੱਸਿਆ ਕਿ ਓਪਰਚੁਨਿਟੀਜ਼ ਤਾਂ ਪੋਸੀਬਲ ਹੋ ਸਕਦੀਆਂ, ਪਰ ਗੱਲ ਇਹ ਹੈ ਸਾਡੇ ਇੰਡਸਟਰੀਲਿਸਟਾਂ ਤੇ ਵੀ ਹੈ ਔਰ ਸਾਡੀ ਸਰਕਾਰ ਤੇ ਵੀ ਹੈ ਕਿ ਉਹ ਇਸ ਪੂਰੀ ਸਿਚੁਏਸ਼ਨ ਨੂੰ ਐਜ਼ ਏ ਓਪਰਚੁਨਿਟੀ ਦੇਖਦੀ ਹੈ, ਐਜ਼ ਏ ਲਿਬਰਲ ਕੋਈ ਪਾਲਿਸੀਜ਼ ਲੈ ਕੇ ਆਉਂਦੀ ਹੈ, ਉਹ ਬਣਾਉਣਾ ਚਾਹੁੰਦੀ ਵੀ ਹੈ ਜਾਂ ਨਹੀਂ ਚਾਹੁੰਦੀ, ਇਹ ਸਾਰੀ ਡਿਪੈਂਡ ਕਰਦੀ ਹੈ ਸਾਡੇ ਆਪਣੇ ਖੁਦ ਦੇ ਜਜ਼ਬੇ ਤੇ। ਸੋ ਇਹ ਸੀ ਸਾਡੀ ਚਾਈਨਾ ਦੇ ਪਾਵਰ ਕ੍ਰਾइसिस ਨੂੰ ਲੈ ਕੇ ਖਾਸ ਰਿਪੋर्ट। देखते रहो, बने रहो जनहितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।